वाल्मीकि जय वाल्मीकि जय वाल्मीकि जय वाल्मीकि। जो बने सो न पाए। भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के नाथ। वाल्मीकि जय
वाल्मीकि महाराज की जय। जो बोले सो निरभੈ भगवान वाल्मीकि महाराज की जय। गुरु प्यारी साध संगत जी, एक बारी फिर ਅਸੀਂ ਭਗਵਾਨ ਵਾਲਮੀਕ ਮੰਦਰ ਬੈਡਫੋਰਡ ਤੋਂ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਲੈ ਕੇ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਨਾਲ ਜੁੜ ਰਹੇ ਹਾਂ। ਆਓ ਸਭ ਤੋਂ ਪਹਿਲਾਂ ਉਸ ਪ੍ਰਭੂ ਪਰਮੇਸ਼ਰ ਨੂੰ ਨਮਸਕਾਰ ਕਰੀਏ, ਸੱਚਿਤ ਆਨੰਦ ਰੂਪ ਆਤਮਾ ਨੂੰ ਜਿਸ ਵਿੱਚ ਸਰਬ ਜੀਵ ਪਾਸਦੇ ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ, ਦ੍ਰਿਸ਼ਟਾ ਦਰਸ਼ਨ ਤੇ ਦ੍ਰਿਸ਼, ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਹਫਤੇ ਜੋ ਪ੍ਰਸੰਗ ਦੀ ਸਮਾਪਤੀ ਹੋਈ ਸੀ ਉਸ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਸਮਝਾਇਆ ਸੀ ਕਿ ਆਤਮਾ ਦੇ ਅਗਿਆਨ ਕਰਕੇ ਜੀਵ ਨੂੰ ਅਹਮ ਆਦਿ ਕਲਪਨਾ ਫੁਰਦੀ ਹੈ ਕਿ ਇਹ ਗਿਆਨਤਾ ਹੈ ਸਾਡੇ ਵਿੱਚ, ਜਿਸ ਤੱਕ ਕਰਕੇ ਸਾਡੇ ਵਿੱਚ ਅਹਮ ਭਾਵ ਕਿ ਮੈਂ ਹਾਂ ਦੀ ਕਲਪਨਾ ਫੁਰਦੀ ਹੈ। ਜੇ ਸਾਡੀ ਅਗਿਆਨਤਾ ਦੂਰ ਹੋ ਜਾਵੇ ਤੇ ਸਾਡਾ ਅਹੰਕਾਰ, ਸਾਡੀ ਇੱਛਾ ਵੀ ਦੂਰ ਹੋ ਜਾਵੇ ਔਰ ਅਸੀਂ ਸੱਚ ਦੇ ਨਾਲ ਜੁੜ ਸਕਦੇ ਹਾਂ। ਅੱਜ ਦਾ ਜੋ ਪ੍ਰਸੰਗ ਹੈ ਉਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਬਾਣੀ ਦਾ ਉਪਦੇਸ਼ ਸ਼੍ਰੀ ਰਾਮ ਜੀ ਨੂੰ ਉਹਨਾਂ ਦੇ ਗੁਰੂ ਵਸ਼ਿਸ਼ਟ ਜੀ ਕੋਲੋਂ ਮਿਲ ਰਿਹਾ ਹੈ। ਇਹ ਸਾਰਾ ਜਗਤ ਮਨ ਦੇ ਭਰਮ ਨਾਲ ਭਾਸਦਾ ਹੈ। ਸ਼ਿਵ ਜੋ ਪਰਮ ਤੱਤ ਹੈ ਉਹ ਪਾਰ ਬ੍ਰਹਮ ਹੈ। ਉਸ ਵਿੱਚ ਜਦ ਫੁਰਨਾ ਫੁਰਦਾ ਹੈ ਕਿ ਮੈਂ ਹਾਂ, ਉਸ ਦਾ ਹੀ ਨਾਮ ਜੀਵ ਹੈ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਹ ਸਾਰਾ ਸੰਸਾਰ ਜੋ ਅਸੀਂ ਸਾਡੇ ਸਾਹਮਣੇ ਦੇਖਦੇ ਹਾਂ, ਇਹ ਭਰਮ ਦੇ ਨਾਲ ਅਸੀਂ ਇਸ ਨੂੰ ਦੇਖਦੇ ਹਾਂ, ਅਸੀਂ ਭਰਮਾਂ 'ਚ ਪਏ ਹੋਏ ਹਾਂ। ਈਸ਼ਵਰ ਜੋ ਪਰਮ ਤੱਤ ਹੈ ਉਹ ਹੀ ਅਸਲ ਦੇ ਵਿੱਚ ਪਾਰ ਬ੍ਰਹਮ ਹੈ ਔਰ ਉਸ ਵਿੱਚ ਜਦੋਂ ਫੁਰਨਾ ਫੁਰਦਾ ਹੈ ਕਿ ਮੈਂ ਹਾਂ, ਉਸ ਦਾ ਨਾਮ ਜੀਵ ਹੋ ਜਾਂਦਾ ਹੈ। ਜਿਵੇਂ ਸੋਮ ਜਲ ਵਿੱਚ ਦ੍ਰਵਤਾ ਹੁੰਦੀ ਹੈ, ਇਸ ਕਰਕੇ ਉਸ ਵਿੱਚ ਚੱਕਰ ਫੁਰਦੇ ਹਨ ਤੇ ਲਹਿਰਾਂ ਹੁੰਦੀਆਂ ਹਨ, ਤਿਵੇਂ ਹੀ ਬ੍ਰਹਮ ਰੂਪੀ ਸੋਮ ਜਲ ਵਿੱਚ ਜੀਵ ਰੂਪੀ ਚੱਕਰ ਫੁਰਦੇ ਹਨ ਤੇ ਚਿਤ ਰੂਪੀ ਲਹਿਰਾਂ ਪੈਦਾ ਹੁੰਦੀਆਂ ਹਨ ਤੇ ਸ੍ਰਿਸ਼ਟੀ ਰੂਪੀ ਬੁੱਧ ਤੇ ਉਪਜ ਕੇ ਲੀਨ ਹੋ ਜਾਂਦੇ ਹਨ। ਸੋ ਭਗਵਾਨ ਵਾਲਮੀਕ ਜੀ ਸਾਨੂੰ ਬੜੀ ਸੋਹਣੀ ਉਦਾਹਰਨ ਦਿੰਦੇ ਹਨ ਕਿ ਜਿਸ ਤਰ੍ਹਾਂ ਸੋਮ ਜਲ ਹੁੰਦਾ ਹੈ, ਕਿਉਂਕਿ ਉਹਦੇ 'ਚ ਦ੍ਰਵਤਾ ਹੈ, ਇਸ ਕਰਕੇ ਉਹਦੇ ਵਿੱਚ ਚੱਕਰ ਉੱਠਦੇ ਹਨ ਤੇ ਉਹ ਚੱਕਰ ਜਿਹੜੇ ਆ ਲਹਿਰਾਂ ਦਾ ਰੂਪ ਵੀ ਧਾਰਨ ਕਰਦੀਆਂ ਹਨ। ਬਿਲਕੁਲ ਇਸੇ ਹੀ ਤਰ੍ਹਾਂ ਜੋ ਈਸ਼ਵਰ ਰੂਪੀ ਸੋਮ ਜਲ ਹੈ, ਉਸ ਵਿੱਚ ਵੀ ਚੱਕਰ ਫੁਰਦੇ ਹਨ ਤੇ ਫਿਰ ਚਿੱਤ ਰੂਪੀ ਲਹਿਰਾਂ ਹੁੰਦੀਆਂ ਹਨ ਤੇ ਫਿਰ ਸ੍ਰਿਸ਼ਟੀ ਰੂਪੀ ਭਾਵ ਕੇ ਸੰਸਾਰ ਰੂਪੀ ਬੁੱਧ ਦੇ ਉਪਜਦੇ ਹਨ ਔਰ ਸਮਾਂ ਪਾ ਕੇ ਉਹ ਲੀਨ ਵੀ ਹੋ ਜਾਂਦੇ ਹਨ। ਚੇਤਨ ਫੁਰਤੀ ਰਾਹੀਂ ਜੀਵ ਦੀ ਨਿਆਈ ਲੱਗਦਾ ਹੈ। ਜਿਵੇਂ ਸਮੁੰਦਰ ਹੀ ਦ੍ਰਵਤਾ ਕਰਕੇ ਲਹਿਰ ਹੁੰਦਾ ਹੈ, ਤਿਵੇਂ ਹੀ ਚਿੱਤ ਚੈਤ ਦੇ ਸੰਯੋਗ ਨਾਲ ਜੀਵ ਅਖਵਾਉਂਦਾ ਹੈ ਕਿ ਇਹ ਚੇਤਨ ਫੁਰਤੀ ਜੋ ਸਾਡੇ ਚਿੱਤ ਦੇ ਵਿੱਚੋਂ ਉੱਠਦੀ ਹੈ, ਉਸ ਦਾ ਕਰਕੇ ਸਾਡੇ ਵਿੱਚ ਜੀਵਪਣ ਆ ਜਾਂਦਾ ਹੈ। ਜਿਸ ਤਰ੍ਹਾਂ ਦੇਖੋ ਸਮੁੰਦਰ ਹੁੰਦਾ ਹੈ, ਉਹ ਦ੍ਰਵਤਾ ਕਰਕੇ ਉਹਦੇ 'ਚ ਲਹਿਰ ਹੁੰਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਸਾਡੇ ਮਨ ਦੀ ਸ਼ਕਤੀ ਜੋ ਚਿੱਤ ਹੈ, ਉਹਦੇ ਵਿੱਚੋਂ ਜਦੋਂ ਚੇਤਨਾ ਉੱਠਦੀ ਹੈ, ਉਸ ਦੇ ਸੰਜੋਗ ਨਾਲ ਉਹ ਜੀਵ ਅਖਵਾਉਂਦਾ ਹੈ। ਉਸ ਜੀਵ ਵਿੱਚ ਜਦ ਸੰਕਲਪ ਦਾ ਫੁਰਨਾ ਹੁੰਦਾ ਹੈ ਤਦ ਮਨ ਅਖਵਾਉਂਦਾ ਹੈ ਔਰ ਉਸੇ ਜੀਵ ਦੇ ਵਿੱਚੋਂ ਦੇਖੋ ਜਦੋਂ ਸੰਕਲਪ ਉੱਠਦਾ ਹੈ ਤੇ ਉਹ ਮਨ ਅਖਵਾਉਂਦਾ ਹੈ। ਜਦ ਸੰਕਲਪ ਨਿਸ਼ਚਾ ਰੂਪ ਹੁੰਦਾ ਹੈ ਤਦ ਬੁੱਧੀ ਹੋ ਕੇ ਟਿਕਦਾ ਹੈ
ਤੇ ਜਦ ਅਹਮ ਭਾਵ ਹੁੰਦਾ ਹੈ ਤਦ ਅਹਮ ਪ੍ਰਤੀਕਾਰ ਅਖਵਾਉਂਦਾ ਹੈ। ਔਰ ਫਿਰ ਇਹ ਜੋ ਸੰਕਲਪ ਹੈ ਜਦੋਂ ਇਹ ਨਿਸ਼ਚਾ ਰੂਪ ਹੋ ਜਾਂਦਾ ਹੈ ਤੇ ਉਹ ਸਾਡੀ ਬੁੱਧੀ ਰੂਪ ਹੋ ਕੇ ਸਾਡੇ ਵਿੱਚ ਟਿਕ ਜਾਂਦਾ ਹੈ। ਤੇ ਜਦੋਂ ਉਹਦੇ ਵਿੱਚੋਂ ਮੈਂ ਦਾ ਭਾਵ ਅਹੰਕਾਰ ਦਾ ਭਾਵ ਹੁੰਦਾ ਹੈ ਤਾਂ ਉਹ ਮੈਂ ਅਖਵਾਉਂਦਾ ਹੈ। ਉਸ ਅਹਮ ਭਾਵ ਨੂੰ ਪਾ ਕੇ ਤਨ ਮਾਤਰਾ ਦੀ ਕਲਪਨਾ ਹੁੰਦੀ ਹੈ ਤੇ ਧਰਤੀ ਜਲ ਤੇਜ ਹਵਾ ਤੇ ਆਕਾਸ਼ ਇਹ ਸੂਖਮ ਤੱਤ ਹੁੰਦੇ ਹਨ, ਉਹਨਾਂ ਦੇ ਪਿੱਛੇ ਜਗਤ ਹੁੰਦਾ ਹੈ। ਜਦੋਂ ਸਾਡੇ ਵਿੱਚ ਅਹੰਕਾਰ ਰੂਪੀ ਭਾਵਨਾ ਜਾਗਦੀ ਹੈ ਫਿਰ ਸਾਨੂੰ ਸਾਡੇ ਸਰੀਰ ਦੀ ਕਲਪਨਾ ਹੁੰਦੀ ਹੈ। ਫਿਰ ਧਰਤੀ ਜਲ ਤੇਜ ਹਵਾ ਤੇ ਆਕਾਸ਼ ਜਿੰਨੇ ਵੀ ਸੂਖਮ ਤੱਤ ਹਨ ਉਹ ਹੋ ਜਾਂਦੇ ਹਨ ਤੇ ਫਿਰ ਇਹ ਸੰਸਾਰ ਸਾਨੂੰ ਪ੍ਰਤੀਤ ਹੁੰਦਾ ਹੈ। ਅਸਤ ਰੂਪੀ ਚਿੱਤ ਦੇ ਸੰਸਾਰ ਨਾਲ ਹੀ ਜਗਤ ਰੂਪ ਹੋ ਭਾਸਦਾ ਹੈ। ਦੇਖੋ ਇਹ ਜੋ ਚਿੱਤ ਸਾਡੇ ਮਨ ਦੀ ਸ਼ਕਤੀ ਹੈ ਇਹ ਵੀ ਇੱਕ ਅਸਤ ਹੈ, ਝੂਠ ਹੈ ਤੇ ਇਸ ਦੇ ਨਾਲ ਹੀ ਸਾਨੂੰ ਇਹ ਸੰਸਾਰ ਜਾਪਦਾ ਹੈ। ਜਿਵੇਂ ਅੱਖ ਦੀ ਖਰਾਬੀ ਕਰਕੇ ਆਕਾਸ਼ ਵਿੱਚ ਮੁਕਤ ਮਾਲਾ ਪਰਮ ਮਾਤਰ ਗੰਧਰਵ ਨਗਰ ਤੇ ਸੁਪਨ ਭਰਮ ਕਰਕੇ ਸੁਪਨ ਜਗ ਲੱਗਦੇ ਹਨ, ਤਿਵੇਂ ਹੀ ਚਿੱਤ ਦੇ ਸੰਸਰਨ ਨਾਲ ਜਗਤ ਭਰਮ ਲੱਗਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਉਦਾਹਰਨਾਂ ਦੇ ਕੇ ਸਮਝਾਉਂਦੇ ਹਨ ਕਿ ਜੇ ਅੱਖ ਦੀ ਖਰਾਬੀ ਹੋਵੇ ਤੇ ਆਕਾਸ਼ ਵਿੱਚ ਮੋਤੀਆਂ ਦੀ ਮਾਲਾ ਨਜ਼ਰ ਆਉਂਦੀ ਹੈ, ਪਰਮ ਮਾਤਰ ਗੰਧਰਵ ਨਗਰ ਤੇ ਜਦੋਂ ਅਸੀਂ ਸੁੱਤੇ ਪਏ ਹੁੰਦੇ ਹਾਂ ਸੁਪਨੇ ਦੇ ਵਿੱਚ ਭਰਮ ਦਾ ਕਰਕੇ ਸਾਨੂੰ ਸੁਪਨ ਜਗਤ ਨਜ਼ਰ ਆਉਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਸਾਡੇ ਚਿੱਤ ਦੇ ਵਿੱਚੋਂ ਫੁਰਨਾ ਉੱਠਦਾ ਹੈ ਤੇ ਸਾਨੂੰ ਇਹ ਜਗਤ ਦਾ ਭਰਮ ਸਾਡੇ ਵਿੱਚ ਜਾਗਦਾ ਹੈ। ਸ਼ੁੱਧ ਆਤਮਾ ਨਿਤ ਤ੍ਰਿਪਤ ਸ਼ਾਂਤ ਰੂਪ ਸਮ ਅਤੇ ਆਪਣੇ ਆਪ ਵਿੱਚ ਵਿਆਪਕ ਹੈ। ਉਸ ਵਿੱਚ ਚਿੱਤ ਸੰਵੇਦਨ ਨੇ ਜਗਤ ਰਚਿਆ ਹੈ ਤੇ ਉਸ ਨੂੰ ਭਰਮ ਕਰਕੇ ਸਤ ਦੀ ਨਿਆਈ ਵੇਖਦਾ ਹੈ। ਸਾਡੀ ਜਿਹੜੀ ਆਤਮਾ ਹੈ ਉਸ ਦੇ ਬਾਰੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਸਾਡੀ ਆਤਮਾ ਬਿਲਕੁਲ ਪਰਮਾਤਮਾ ਦੀ ਤਰ੍ਹਾਂ ਹੈ, ਨਿਤ ਹੈ, ਹਮੇਸ਼ਾ ਪਹਿਲੋਂ ਵੀ ਸੀ ਹੁਣ ਵੀ ਅੱਗੇ ਉਸਨੇ ਰਹਿਣਾ ਹੈ, ਤ੍ਰਿਪਤ ਹੈ, ਸ਼ਾਂਤ ਰੂਪ ਹੈ ਤੇ ਉਹਦੇ 'ਚ ਸਮਤਾ ਭਾਵ ਹੈ, ਆਪਣੀ ਸ਼ਾਂਤੀ 'ਚ ਜੋ ਟਿਕੀ ਹੋਈ ਹੈ ਤੇ ਆਪਣੇ ਆਪ ਵਿੱਚ ਉਹ ਵਿਆਪਕ ਹੈ। ਪਰ ਜਦੋਂ ਉਹਦੇ ਵਿੱਚੋਂ ਇਹ ਚਿੱਤ ਰੂਪੀ ਸੰਵੇਦਨ ਭਾਵ ਕਿ ਇੱਛਾ ਰੂਪੀ ਸੋਚ ਅਹੰਕਾਰ ਰੂਪੀ ਸੋਚ ਜੋ ਹੈ ਉੱਠਦੀ ਹੈ ਤੇ ਉਹ ਫਿਰ ਇਹ ਜਗਤ ਨੂੰ ਰਚ ਲੈਂਦੀ ਹੈ ਤੇ ਫਿਰ ਅਸੀਂ ਭਰਮਾਂ ਦੇ ਵਿੱਚ ਪੈਂਦੇ ਹਾਂ। ਇਹ ਸਾਡਾ ਚਿੱਤ ਸਾਨੂੰ ਭਰਮਾਂ ਦੇ ਵਿੱਚ ਪਾਉਂਦਾ ਹੈ ਤੇ ਇਹ ਸੰਸਾਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਸੱਚ ਹੈ ਪਰ ਸੱਚ ਨਹੀਂ ਹੈ, ਇੱਕ ਭਰਮ ਹੈ। ਜਿਵੇਂ ਸੁਪਨ ਸ੍ਰਿਸ਼ਟੀ ਨੂੰ ਮਨੁੱਖ ਭਰਮ ਵੇਖਦਾ ਹੈ ਤਿਵੇਂ ਹੀ ਜਗਤ ਫੁਰਨੇ ਕਰਕੇ ਸਤ ਲੱਗਦਾ ਹੈ ਕਿ ਦੇਖੋ ਸਾਨੂੰ ਸੁੱਤਿਆਂ ਪਿਆਂ ਨੂੰ ਸੁਪਨਾ ਆਉਂਦਾ ਹੈ ਤੇ ਉਸ ਦੇ ਵਿੱਚ ਅਸੀਂ ਇਹ ਸ੍ਰਿਸ਼ਟੀ ਦੇਖਦੇ ਹਾਂ, ਉਹ ਵੀ ਇੱਕ ਭਰਮ ਹੁੰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਸੰਸਾਰ ਜੋ ਹੈ ਇਹ ਵੀ ਕਿਉਂਕਿ ਸਾਡੇ ਵਿੱਚੋਂ ਇੱਕ ਫੁਰਨਾ ਉੱਠਿਆ ਹੈ, ਚਿੱਤ ਰੂਪੀ ਫੁਰਨਾ, ਉਸ ਦਾ ਕਰਕੇ ਇਹ ਸੱਚ ਲੱਗਦਾ ਹੈ। ਮਨ ਦੇ ਸੰਸਰਨੇ ਦਾ ਨਾਮ ਜਾਗਰਤ ਹੈ, ਅਹੰਕਾਰ ਦਾ ਨਾਮ ਸੁਪਨਾ ਹੈ, ਚਿੱਤ ਜੋ ਸਜਾਤੀ ਰੂਪ ਚੇਤਨ ਵਾਲਾ ਹੈ ਉਸ ਦਾ ਨਾਮ ਨੀਂਦ ਹੈ ਤੇ ਚਿੰਨ ਮਾਤਰ ਦਾ ਨਾਮ ਤੁਰਿਆ ਪਦ ਹੈ। ਕਿ ਇਹ ਮਨ ਦੇ ਸੰਸਰਨੇ ਦਾ ਨਾਮ ਭਾਵ ਕਿ ਜਦੋਂ ਮਨ ਦੇ ਕਲਪਨਾ ਉੱਠਦੀ ਹੈ ਤੇ ਇਹ ਜਾਗਰਤ ਸੰਸਾਰ ਅਸੀਂ ਦੇਖਦੇ ਹਾਂ ਔਰ ਮਨ ਦੇ ਵਿੱਚੋਂ ਜੋ ਅਹੰਕਾਰ ਉੱਠਦਾ ਹੈ ਉਸ ਦਾ ਨਾਮ ਸੁਪਨਾ ਹੈ। ਔਰ ਜਿਹੜਾ ਸਾਡਾ ਚਿੱਤ ਹੈ ਇਹ ਮਨ ਦੀ ਸ਼ਕਤੀ ਹੈ, ਉਹਦੇ ਵਿੱਚੋਂ ਚੇਤਨਤਾ ਫੁਰਦੀ ਹੈ ਤੇ ਉਸ ਦਾ ਨਾਮ ਨੀਂਦ ਹੈ। ਤੇ ਜਦੋਂ ਅਸੀਂ
ਇਹ ਚਿੱਤ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਹਾਂ ਤੇ ਜੋ ਪਰਮਾਤਮਾ ਹੈ ਚਿੰਨ ਮਾਤਰ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਉਸ ਦੇ ਨਾਲ ਜੁੜਦੇ ਹਾਂ, ਉਹੀ ਪਰਮਾਤਮਾ ਦਾ ਪਦ ਹੈ। ਜਦ ਸ਼ੁੱਧ ਚਿੰਨ ਮਾਤਰ ਵਿੱਚ ਅਤਿਅੰਤ ਨਤੀਜਾ ਹੋਏ ਤਦ ਉਸ ਦਾ ਨਾਮ ਤੁਰਿਆਤੀਤ ਪਦ ਹੈ। ਔਰ ਜਦੋਂ ਅਸੀਂ ਉਸ ਪਾਰ ਬ੍ਰਹਮ ਈਸ਼ਵਰ ਦੇ ਨਾਲ ਆਪਣੇ ਮਨ ਨੂੰ ਜਿੱਤ ਕੇ ਆਪਣੀ ਆਤਮਾ ਉਸ ਦੇ ਨਾਲ ਜੋੜ ਲੈਂਦੇ ਹਾਂ ਤਾਂ ਫਿਰ ਅਸੀਂ ਪਰਮਾਤਮਾ ਦੇ ਨਾਲ ਇੱਕ ਹੋ ਜਾਂਦੇ ਹਾਂ, ਜਿਸ ਨੂੰ ਅਸੀਂ ਤੁਰਿਆ ਅਤੀਤ ਪਦ ਵੀ ਕਹਿ ਸਕਦੇ ਹਾਂ। ਉਸ ਵਿੱਚ ਸਥਿਤ ਹੋਇਆ ਫਿਰ ਦੁਖੀ ਕਦੇ ਨਹੀਂ ਹੁੰਦਾ। ਔਰ ਇੱਕ ਵਾਰੀ ਜਿਹੜੇ ਜੀਵ ਨੇ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਵਿੱਚ ਟਿਕਾ ਲਿਆ ਹੈ, ਉਹ ਕਦੀ ਵੀ ਫਿਰ ਉਹਨੂੰ ਕੋਈ ਦੁੱਖ ਨਹੀਂ ਹੋਵੇਗਾ। ਉਸ ਬ੍ਰਹਮ ਸਤਾ ਤੋਂ ਸਾਰੇ ਪੈਦਾ ਹੁੰਦੇ ਹਨ ਤੇ ਉਸ ਵਿੱਚ ਸਾਰੇ ਲੀਨ ਹੁੰਦੇ ਹਨ ਤੇ ਅਸਲ ਵਿੱਚ ਨਾ ਕੋਈ ਪੈਦਾ ਹੋਇਆ ਹੈ ਤੇ ਨਾ ਕੋਈ ਲੀਨ ਹੁੰਦਾ ਹੈ। ਚਿੱਤ ਦੇ ਫੁਰਨੇ ਨਾਲ ਹੀ ਸਾਰਾ ਭਰਮ ਲੱਗਦਾ ਹੈ। ਭਗਵਾਨ ਮਹਾਂਵੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਜੋ ਪ੍ਰਭੂ ਪਰਮੇਸ਼ਵਰ ਪਰਮਾਤਮਾ ਦੀ ਸ਼ਕਤੀ ਹੈ, ਉਤੋਂ ਹੀ ਸਾਰੇ ਪੈਦਾ ਹੁੰਦੇ ਹਨ ਤੇ ਉਸ ਵਿੱਚ ਸਾਰੇ ਲੀਨ ਹੁੰਦੇ ਹਨ। ਪਰ ਅਸਲ ਦੇ ਵਿੱਚ ਜੇ ਦੇਖਿਆ ਜਾਏ, ਸੱਚ ਤਾਂ ਇਹ ਹੈ ਕਿ ਨਾ ਕੋਈ ਪੈਦਾ ਹੋਇਆ ਹੈ ਤੇ ਨਾ ਕੋਈ ਲੀਨ ਹੁੰਦਾ ਹੈ। ਇਹ ਜੋ ਕੁਝ ਅਸੀਂ ਦੇਖਦੇ ਹਾਂ, ਇਹ ਸਾਡਾ ਜਿਹੜੇ ਮਨ ਦੀ ਸ਼ਕਤੀ ਚਿੱਤ ਹੈ, ਉਹਦੇ ਵਿੱਚੋਂ ਜੋ ਫੁਰਨਾ ਉੱਠਦਾ ਹੈ, ਉਸ ਦਾ ਕਰਕੇ ਅਸੀਂ ਇਹ ਚੱਕਰਾਂ ਦੇ ਵਿੱਚ ਪਏ ਹੋਏ, ਭਰਮਾਂ ਵਿੱਚ ਪਏ ਹੋਏ ਹਾਂ। ਜਿਵੇਂ ਅੱਖ ਦੀ ਖਰਾਬੀ ਕਰਕੇ ਆਕਾਸ਼ ਵਿੱਚ ਮੁਕਤ ਮਾਲਾ ਲੱਗਦੀ ਹੈ, ਤਿਵੇਂ ਹੀ ਚਿੱਤ ਦੇ ਫੁਰਨੇ ਕਰਕੇ ਇਹ ਜਗਤ ਲੱਗਦਾ ਹੈ। ਕਿ ਦੇਖੋ, ਜੇ ਕਿਸੇ ਦੀ ਅੱਖਾਂ ਖਰਾਬ ਹੋਣ, ਆਕਾਸ਼ ਵਿੱਚ ਨਜ਼ਰ ਮਾਰਦਾ ਹੈ ਤੇ ਉਹਨੂੰ ਮੋਤੀਆਂ ਦੀ ਮਾਲਾ ਲੱਗਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜਦੋਂ ਸਾਡੇ ਚਿੱਤ ਦੇ ਵਿੱਚੋਂ, ਮਨ ਦੀ ਸ਼ਕਤੀ ਵਿੱਚੋਂ ਫੁਰਨਾ ਉੱਠਦਾ ਹੈ ਤਾਂ ਇਹ ਸਾਨੂੰ ਜਗਤ ਨਜ਼ਰ ਆਉਂਦਾ ਹੈ, ਸੰਸਾਰ ਨਜ਼ਰ ਆਉਂਦਾ ਹੈ। ਜਿਵੇਂ ਬਿਰਸ਼ ਦੇ ਬਦਨ ਨੂੰ ਆਕਾਸ਼ ਠੌਰ ਦਿੰਦਾ ਹੈ ਕਿ ਜਿਤਨੀ ਬੀਜ ਦੀ ਸਤਾ ਹੋਈ ਉਤਨਾ ਹੀ ਆਕਾਸ਼ ਵਿੱਚ ਵੱਧਦਾ ਜਾਵੇ, ਤਿਵੇਂ ਹੀ ਸਾਰਿਆਂ ਨੂੰ ਆਤਮਾ ਠੌਰ ਦਿੰਦਾ ਹੈ। ਅਕਰਤਾ ਰੂਪ ਵਿੱਚ ਸੰਵੇਦਨ ਤੋਂ ਜਾਪਦਾ ਹੈ ਕਿ ਦੇਖੋ, ਜਿਸ ਤਰ੍ਹਾਂ ਇੱਕ ਬਿਰਸ਼ ਹੁੰਦਾ ਹੈ, ਉਹਨੇ ਕਿੰਨਾ ਵਧਣਾ ਹੈ, ਉਹ ਆਕਾਸ਼ ਜਿਹੜਾ ਹੈ ਉਸ ਤੋਂ ਵਧਣਾ ਘਟਣਾ ਉਹਦਾ ਹੁੰਦਾ ਹੈ ਕਿ ਕਿੰਨੀ ਉਸ ਬਿਰਸ਼ ਦੇ ਬੀਜ ਦੀ ਸ਼ਕਤੀ ਹੈ ਤੇ ਉਸੇ ਹਿਸਾਬ ਦੇ ਨਾਲ ਹੀ ਉਹ ਵੱਧਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਸਾਰਿਆਂ ਨੂੰ ਆਤਮਾ ਜੋ ਹੈ ਉਹ ਚਲਾਉਣ ਵਾਲਾ ਹੈ। ਜਿਵੇਂ ਨਿਰਮਲ ਕੀਤਾ ਹੋਇਆ ਲੋਹਾ ਆਰਸੀ ਦੀ ਨਿਆਈ ਪ੍ਰਤੀਬਿੰਬ ਗ੍ਰਹਿਣ ਕਰਦਾ ਹੈ, ਤਿਵੇਂ ਹੀ ਆਤਮਾ ਵਿੱਚ ਸੰਵੇਦਨ ਕਰਕੇ ਜਗਤ ਦਾ ਪ੍ਰਤੀਬਿੰਬ ਹੁੰਦਾ ਹੈ। ਪਰ ਅਸਲ ਵਿੱਚ ਜਗਤ ਵੀ ਕੋਈ ਦੂਜੀ ਵਸਤੂ ਨਹੀਂ ਹੈ। ਕਿ ਦੇਖੋ, ਜਿਸ ਤਰ੍ਹਾਂ ਜਿਹੜਾ ਲੋਹਾ ਹੁੰਦਾ ਹੈ, ਜਦੋਂ ਅਸੀਂ ਉਹਨੂੰ ਸਾਫ਼ ਕਰੀਏ, ਉਹਨੂੰ ਪੋਲਿਸ਼ ਕਰ ਦਈਏ, ਤੇ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਅਸੀਂ ਆਪਣਾ ਪ੍ਰਤੀਬਿੰਬ ਦੇਖ ਸਕਦੇ ਹਾਂ, ਬਿਲਕੁਲ ਇਸੇ ਹੀ ਤਰ੍ਹਾਂ ਲੋਹੇ ਦੇ ਵਿੱਚ ਵੀ ਦੇਖ ਸਕਦੇ ਹਾਂ। ਬਿਲਕੁਲ ਇਸੇ ਹੀ ਤਰ੍ਹਾਂ ਇਹ ਜੋ ਸਾਡੀ ਆਤਮਾ ਹੈ, ਸੰਵੇਦਨ ਦਾ ਕਰਕੇ, ਭਾਵ ਕਿ ਇੱਛਾ ਭਰੀ ਸੋਚ, ਅਹੰਕਾਰੀ ਸੋਚ ਦਾ ਕਰਕੇ ਇਹ ਸਾਨੂੰ ਜਗਤ ਜਿਹੜਾ ਹੈ ਉਹ ਸਾਨੂੰ ਨਜ਼ਰ ਆਉਂਦਾ, ਉਹਦਾ ਪ੍ਰਤੀਬਿੰਬ ਸਾਨੂੰ ਹੁੰਦਾ ਹੈ। ਪਰ ਅਸਲ ਵਿੱਚ ਜੋ ਸੱਚ ਹੈ, ਇਹ ਜਗਤ ਕੋਈ ਦੂਜੀ ਵਸਤੂ ਨਹੀਂ ਹੈ। ਜਿਵੇਂ ਇੱਕੋ ਬੀਜ, ਪੱਤਾ, ਫੁੱਲ, ਫਲ ਤੇ ਟਾਸ ਹੋ ਕੇ ਦਿਸਦਾ ਹੈ, ਤਿਵੇਂ ਹੀ ਆਤਮਾ ਸੰਵੇਦਨ ਨਾਲ ਵੱਖ ਰੂਪ ਜਗਤ ਹੋ ਪਾਸਦਾ ਹੈ। ਕਿ ਦੇਖੋ, ਇੱਕ ਬੀਜ ਹੁੰਦਾ ਹੈ, ਉਸ ਬੀਜ ਦੇ ਵਿੱਚ ਹੀ ਪੱਤੇ ਵੀ ਹੁੰਦੇ ਹਨ, ਫੁੱਲ ਵੀ ਹੁੰਦੇ, ਫਲ ਵੀ ਹੁੰਦੇ ਹਨ, ਟਹਿਣੀਆਂ ਵੀ ਹੁੰਦੀਆਂ ਹਨ। ਪਰ ਉਹ ਬੀਜ ਦਾ ਜਿਹੜਾ ਆਕਾਰ ਸਾਨੂੰ ਨਜ਼ਰ ਆਉਂਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਸਾਡੀ ਆਤਮਾ ਜਿਹੜੀ ਹੈ, ਜਦੋਂ ਇਹਦੇ ਵਿੱਚੋਂ ਫੁਰਨਾ ਉੱਠਦਾ ਹੈ
ਤਾਂ ਸਾਨੂੰ ਵੱਖ ਰੂਪ ਸੰਸਾਰ ਨਜ਼ਰ ਆਉਂਦਾ ਹੈ। ਜੋ ਗਿਆਨਵਾਨ ਹੈ ਉਸ ਨੂੰ ਅਖੰਡ ਸਤਾ ਹੀ ਜਾਪਦੀ ਹੈ। ਪਰ ਦੇਖੋ ਜਿਹੜੇ ਦੂਜੇ ਪਾਸੇ ਜਿਹੜੇ ਗਿਆਨੀ ਜੀਵ ਹਨ ਉਹਨਾਂ ਨੂੰ ਅਖੰਡ ਰੂਪ ਸਤਾ ਭਾਵ ਕਿ ਉਹਨਾਂ ਨੂੰ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਹੈ ਉਹ ਹੀ ਸਾਰੇ ਪਾਸੇ ਨਜ਼ਰ ਆਉਂਦੀ ਹੈ। ਇਹ ਜੋ ਸੰਸਾਰ ਇੱਕ ਝੂਠ ਦੀ ਤਰ੍ਹਾਂ ਹੈ ਉਹ ਨਹੀਂ ਉਹਨਾਂ ਨੂੰ ਨਜ਼ਰ ਆਉਂਦਾ। ਤਿਵੇਂ ਅਗਿਆਨੀ ਨੂੰ ਵੱਖ-ਵੱਖ ਨਾਮ ਰੂਪ ਸਤਾ ਪ੍ਰਤੀਤ ਹੁੰਦੀ ਹੈ, ਪਰ ਜਿਹੜੇ ਗਿਆਨੀ ਜੀਵ ਹਨ ਅਗਿਆਨਤਾ ਦਾ ਕਰਕੇ ਉਹਨਾਂ ਨੂੰ ਵੱਖ-ਵੱਖ ਨਾਮ ਵੱਖ-ਵੱਖ ਤਰ੍ਹਾਂ ਦੀ ਸਤਾ ਸ਼ਕਤੀ ਇਹ ਸੰਸਾਰੀ ਸ਼ਕਤੀ ਪ੍ਰਤੀਤ ਹੁੰਦੀ ਨਜ਼ਰ ਆਉਂਦੀ ਹੈ। ਮੂਰਖ ਜੋ ਵੇਖਦਾ ਹੈ ਤੇ ਉਹਨਾਂ ਦੇ ਨਾਮ ਰੂਪ ਸੱਚ ਮੰਨਦਾ ਹੈ, ਪਰ ਗਿਆਨਵਾਨ ਵੇਖ ਕੇ ਇੱਕ ਰੂਪ ਹੀ ਜਾਣਦਾ ਹੈ। ਜਿਹੜੇ ਮੂਰਖ ਜੀਵ ਹਨ ਅਗਿਆਨਤਾ ਦੇ ਨਾਲ ਅਵਿਦਿਆ ਦੇ ਨਾਲ ਭਰੇ ਹੋਏ ਹਨ, ਉਹ ਜੋ ਦੇਖਦੇ ਹਨ ਉਹ ਆਪਣੇ ਮਨ ਦੇ ਮਗਰ ਲੱਗ ਕੇ ਜਿਹੜੀ ਚੀਜ਼ ਨੂੰ ਸੱਚ ਸਮਝਣਾ ਚਾਹੁੰਦੇ ਹਨ ਉਹਨੂੰ ਸੱਚ ਸਮਝ ਬੈਠਦੇ ਹਨ। ਪਰ ਜਿਹੜੇ ਗਿਆਨੀ ਜੀਵ ਹਨ ਉਹਨਾਂ ਨੂੰ ਸਾਰੇ ਪਾਸੇ ਇੱਕੋ ਹੀ ਰੂਪ ਨਜ਼ਰ ਆਉਂਦਾ ਹੈ। ਉਹ ਪਰਮਾਤਮਾ ਦੀ ਸ਼ਕਤੀ ਹੈ, ਉਹ ਪਰਮਾਤਮਾ ਨੂੰ ਸਾਰੇ ਪਾਸੇ ਮਹਿਸੂਸ ਕਰਦੇ ਹਨ। ਗਿਆਨਵਾਨ ਨੂੰ ਇੱਕ ਬ੍ਰਹਮ ਸਤਾ ਹੀ ਬੇਅੰਤ ਪ੍ਰਤੀਤ ਹੁੰਦੀ ਹੈ ਤੇ ਜਗਤ ਭਰਮ ਉਹਨਾਂ ਨੂੰ ਕੋਈ ਨਹੀਂ ਜਾਪਦਾ। ਜਿਹੜੇ ਗਿਆਨੀ ਜੀਵ ਹਨ ਸੰਤ ਮਹਾਤਮਾ ਜੀਵ ਹਨ ਉਹਨਾਂ ਨੂੰ ਸਾਰੇ ਪਾਸੇ ਪਰਮਾਤਮਾ ਦੀ ਸ਼ਕਤੀ ਜੋ ਬੇਅੰਤ ਹੈ ਉਹ ਹੀ ਸਾਰੇ ਪਾਸੇ ਪ੍ਰਤੀਤ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਵੀ ਇਹ ਸੰਸਾਰੀ ਭਰਮ ਨਹੀਂ ਹੁੰਦਾ। ਉਹਨਾਂ ਨੂੰ ਸਾਰੇ ਪਾਸੇ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਭਗਵਾਨ ਵਾਲਮੀਕ ਜੀ ਸਵਾਲ ਸਾਡੇ ਸਾਹਮਣੇ ਰੱਖਦੇ ਹਨ ਔਰ ਰਾਮਚੰਦਰ ਜੀ ਆਪਣੇ ਗੁਰੂ ਦੇ ਮੋਹਰੇ ਸਵਾਲ ਰੱਖਦੇ ਹਨ ਕਿ ਬੜੀ ਹੈਰਾਨੀ ਹੈ ਕਿ ਅਸਤ ਰੂਪ ਜਗਤ ਸਤ ਹੋ ਕੇ ਬੜੇ ਵਿਸਤਾਰ ਨਾਲ ਸਪਸ਼ਟ ਦਿਸਦਾ ਹੈ। ਇਹ ਜਗਤ ਬ੍ਰਹਮ ਦੀ ਝਲਕ ਹੈ। ਅਨੇਕ ਤਨ ਮਾਤਰਾ ਉਸਦੇ ਪਾਣੀ ਤੇ ਬੂੰਦਾਂ ਦੀ ਨਿਆਈ ਹੈ ਤੇ ਅਵਿਦਿਆ ਕਰਕੇ ਫੁਰਦੀ ਹੈ। ਇਹ ਜਿਹਾ ਮੈਂ ਵੀ ਸੁਣਿਆ ਹੈ। ਇਹ ਮੁਨਵਰ ਇਹ ਫੁਰਤੀ ਬਾਹਰਮੁਖੀ ਕਿਵੇਂ ਹੁੰਦੀ ਹੈ ਤੇ ਅੰਤਰਮੁਖੀ ਕਿਵੇਂ ਹੁੰਦੀ ਹੈ। ਸੋ ਸਵਾਲ ਕੀ ਭਗਵਾਨ ਵਾਲਮੀਕ ਜੀ ਸਾਡੇ ਸਾਹਮਣੇ ਰੱਖਦੇ ਹਨ ਕਿ ਬੜੇ ਹੈਰਾਨਗੀ ਦੀ ਗੱਲ ਹੈ ਕਿ ਇਹ ਝੂਠ ਰੂਪ ਸੰਸਾਰ ਜਿਹੜਾ ਇਹ ਸੱਚ ਹੋ ਕੇ ਬੜੇ ਵੱਡੇ ਵਿਸਤਾਰ ਨਾਲ ਸਾਨੂੰ ਨਜ਼ਰ ਆਉਂਦਾ ਹੈ। ਪਰ ਇਹ ਜੋ ਸੰਸਾਰ ਹੈ ਉਸ ਬ੍ਰਹਮ ਉਸ ਪਰਮਾਤਮਾ ਦੀ ਇੱਕ ਝਲਕ ਹੈ ਅਤੇ ਇਹ ਝਲਕ ਦੇ ਵਿੱਚ ਹੀ ਸਾਰੇ ਜੀਵ ਹਨ। ਜਿਸ ਤਰ੍ਹਾਂ ਪਾਣੀ ਦੀਆਂ ਬੂੰਦਾਂ ਹੁੰਦੀਆਂ ਹਨ ਉਹਨਾਂ ਦਾ ਕਰਕੇ ਸਾਨੂੰ ਨਜ਼ਰ ਆਉਂਦੇ ਹਨ ਔਰ ਇਹ ਜੋ ਅਵਿਦਿਆ ਦਾ ਕਰਕੇ ਇਹ ਸਾਰੇ ਫੁਰਦੇ ਹਨ। ਔਰ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਇਹ ਜਿਹੜੀ ਸਾਡੇ ਵਿੱਚ ਫੁਰਨਾ ਉੱਠਦਾ ਹੈ ਉਹ ਬਾਹਰਮੁਖੀ ਕਿਵੇਂ ਹੁੰਦਾ ਹੈ ਤੇ ਅੰਤਰਮੁਖੀ ਕਿਵੇਂ ਹੁੰਦਾ ਹੈ। ਇਹ ਜੋ ਸਵਾਲ ਭਗਵਾਨ ਵਾਲਮੀਕ ਜੀ ਨੇ ਸਾਡੇ ਸਾਹਮਣੇ ਰੱਖਿਆ ਹੈ। ਬ੍ਰੇਕ ਤੋਂ ਬਾਅਦ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ ਇਸ ਸਵਾਲ ਦਾ ਜੋ ਹੈ ਇੱਥੇ ਕੀ ਉਪਦੇਸ਼ ਭਗਵਾਨ ਵਾਲਮੀਕ ਜੀ ਕਰਦੇ ਹੈ ਉਹ ਲੈ ਕੇ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। जय वाल्मीकि जय वाल्मीकि जय वाल्मीकि जय वाल्मीकि। ਗੁਰੂ ਰੂਪ ਸਾਧ ਸੰਗਤ ਜੀ ਇੱਕ ਵਾਰੀ ਫਿਰ ਅਸੀਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੀ ਪਵਿੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਲੈ ਕੇ ਆਪ ਦੇ ਨਾਲ ਜੁੜਦੇ ਹਾਂ। ਬ੍ਰੇਕ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਨੇ ਸਾਡੇ ਸਾਹਮਣੇ ਇੱਕ ਸਵਾਲ ਰੱਖਿਆ ਸੀ ਕਿ ਇਹ ਜੋ ਫੁਰਤੀ ਇਹ ਫੁਰਨਾ ਸਾਡੇ ਵਿੱਚੋਂ ਉੱਠਦਾ ਹੈ ਇਹ ਬਾਹਰਮੁਖੀ ਕਿਵੇਂ ਇਹ ਫੁਰਤੀ ਹੁੰਦੀ ਹੈ ਤੇ ਅੰਤਰਮੁਖੀ ਕਿਵੇਂ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਦ੍ਰਿਸ਼ ਦਾ ਅਤਿਅੰਤ ਅਭਾਵ ਹੈ। ਅਣਹੁੰਦੇ ਦ੍ਰਿਸ਼ ਦੇ ਫੁਰਨੇ ਨਾਲ ਅਨੁਭਵ ਹੁੰਦਾ ਹੈ। ਸ਼ੁੱਧ ਗਿਆਨ ਸਰੂਪ ਬ੍ਰਹਮ ਸਤਾ ਵਿੱਚ ਫੁਰਨੇ ਨਾਲ ਜੋ ਜੀਵਤਵ ਹੋਇਆ ਹੈ ਉਹ ਜੀਵਤਵ ਅਸਤ ਹੈ ਤੇ ਸਤ ਦੀ ਨਿਆਈ ਹੁੰਦਾ ਹੈ ਕਿ ਇਹ ਜੋ ਸਾਡੇ ਚਿੱਤ ਵਿੱਚੋਂ ਫੁਰਨਾ ਉੱਠਦਾ ਹੈ
ਇਸ ਦਾ ਕਰਕੇ ਸਾਨੂੰ ਇਹ ਸੰਸਾਰ ਨਜ਼ਰ ਆਉਂਦਾ ਹੈ। ਤੇ ਜੇ ਸਾਡੇ ਵਿੱਚੋਂ ਫੁਰਨਾ ਨਾ ਉੱਠੇ ਤੇ ਇਹ ਜੋ ਦ੍ਰਿਸ਼, ਇਹ ਜੋ ਸੰਸਾਰ ਅਸੀਂ ਸਾਡੇ ਸਾਹਮਣੇ ਦੇਖਦੇ ਹਾਂ, ਇਹਦਾ ਫਿਰ ਅਸੀਂ ਅਨੁਭਵ ਨਹੀਂ ਕਰਾਂਗੇ। ਔਰ ਜੋ शुद्ध ज्ञान स्वरूप ब्रह्म सत्ता वो परमात्मा की शक्ति है, ਉਹਦੇ ਵਿੱਚੋਂ जो फुरना उठिया है तो ਉਹਦੇ ਵਿੱਚੋਂ जो जीव पैदा होया है वो भी एक झूठ की तरह है, वो भी सच नहीं है। जीव ब्रह्म तो वक नहीं पर फुरने नाल वक की तरह टिकता है। सो भगवान अमृत जी समझाते हैं कि जीव परमात्मा तो कोई वखरी चीज़ नहीं है पर वखरा लगता है। उस जीव विच जब संकल्प पैदा होता है तद मन रूप हो टिकता है, याद करके चित्त होता है, निश्चय करके बुद्धि होती है, ते अहम भाव करके अहंकार होता है। कि जिहड़े जीव होंदे हन उन्हां दे जदों संकल्प पैदा होता है तो वो संकल्प मन रूप हो के उन्हां दे विच टिक जाता है और फिर उसे मन दे विचों मन की शक्ति दे नाल चित्त पैदा होता है और उस विच फिर बुद्धि पैदा हो जाती है और जिहड़ा साडे विच अहम भाव है, भाव के अहंकार है, वो पैदा हो जाता है। फिर अचनचे चिद अणु विच तन मात्रा फुरदी है और फिर उस मन की शक्ति दे नाल तन मात्रा भाव के सानू शरीरिक भावना फुर उठती है। जब शब्द सुन की इच्छा हुई तद सरवण इंद्री प्रगट हुई, जब वेखण की इच्छा हुई तद नेत्र इंद्री प्रगट हुई, गंध लैण की इच्छा करके नासिक इंद्री प्रगट हुई, छूण की इच्छा करके चमड़ी इंद्री प्रगट हुई, ते रस लैण की इच्छा करके रसना इंद्री प्रगट हुई। इस तरह 5 इंद्रियां प्रगट होईयां ਹਨ ते भावना तो सत दी असत दी न्याय लगन लगा। सो हौली हौली मन पैदा होया, मन की शक्ति चित्त पैदा होया। उसने संसार की कल्पना की, संसार पैदा होया। फिर जदों इस जीव नूं शब्द सुन की इच्छा हुई तो फिर वो सरवण इंद्री पैदा हुई। इस तरह बाकी दी इंद्रियां भी ਉਹਦੇ ਵਿੱਚ पैदा हो गई। सो 5 इंद्रियां पैदा हो गई उस दे विच होईयां ते वो फिर संसार नूं सच समझ के अपनी इंद्रियां नूं सच समझ लगन लग पिया। इस तरह आदि जीव होए हन ते उन्हां दी भावना तो अंतवाहक शरीर होए हन, चलते प्रतीत होंदे हन पर अचल रूप हन। इस करके जो कुछ जगत दिसता है वो सारा ब्रह्म स्वरूप है, वक कुछ नहीं है। सो इस तरह उस परमात्मा की शक्ति तो ही फुरना उठा है जिस तक करके ब्रह्मा जी पैदा होए। उन्होंने तो अगे उन्होंने दे विचों फुरना उठा, संसार पैदा किया, सृष्टि पैदा की, जीव पैदा किए, उन्होंने मन पैदा होया संकल्प दा करके। फिर मन दे विचों मन की शक्ति चित्त उन्होंने उठा तो इस तरह जीव जड़े हैं उन्होंने जो भी भावना उठी उन्होंने अंतवाहक शरीर जड़े हैं वो प्रतीत होंदे हैं। पर ये जो कुछ भी है ये सारा परमात्मा की शक्ति का एक नज़ारा है। उस परमात्मा तो वक नहीं है। परमात्मा प्रमाण ते प्रमेय ब्रह्म है ते संवेदन ब्रह्म तो ही अनेक रूप वक वक प्रकार के जापते हैं कि ये परमात्मा दा जो रचिया होया खेड है। प्रमाण ते प्रेम ये जो कुछ भी असी देखते हाँ, जो कुछ भी बनया है, जो कुछ पैदा होया है
वो सारा उस प्रभु परमेश्वर पार ब्रह्म का ही एक नज़ारा है। ये ब्रह्म तो ही अनेक ਵੱਖ-ਵੱਖ चीज़ां ਵੱਖ-ਵੱਖ प्रकार दी चीज़ां सानू नज़र आउंदियां हन। ये संसार इहदे पदार्थ जिहो जिहा संवेदन फुरदा है उहो जिहा रूप हो के दिसदा है। जिहो जी साडे विचों इच्छा उठती है, अहंकार उठता है, उहो जिहा ही रूप सानू अगे नज़र आउंदा है। जब दृश्य नू चेते करता है तब ਵੱਖ-ਵੱਖ प्रकार का दृश्य जापता है, तो जब अंतर्मुख ब्रह्म नू चेते करता है तब ब्रह्म रूप हो जाता है। सो देखो इस करके ये जो जीव है ये जिहो जिहा इहदे विचों संवेदन इच्छा अहंकार उठता है, जो सोच उठती है, फुरना उठता है, उसे तरह का हो जाता है। जदों संसार नू चेते करता है तो फिर उन्होंने ਵੱਖ-ਵੱਖ प्रकार का यह संसार नज़र आता है। पर जदों वो अंतर्मुख भाव के अपने अंदर झाती मारता है, अपनी आत्मा वाल देखता है, तद उसनू ब्रह्म रूप हो के जापदा। फिर वो आत्मा जो है परमात्मा की अंश है, फिर वो परमात्मा वाल देखता है। पर शर्त यह है कि जदों असी अंतर्मुखी होने हाँ, अपनी आत्मा दे नाल जुड़ते हाँ, ये मन नू संसार नालों बेमुख करते हाँ, तो असी परमात्मा वाल देखते हाँ। पर जदों असी बाहर मुखी होने हाँ, अपने आप नू ये मन दा करके संसार दे नाल जोड़ते हाँ, तो असी बाहर मुखी हो जाने हाँ, संसार दे नाल जुड़ जाने हाँ। उस प्रभु परमेश्वर तो जिहड़ा साडे विच विराजमान है उस तो दूर हो जाने हाँ। दृश्य कुछ उपजिया नहीं, आत्मा सदा अपने आप विच व्यापक है। सो असल दे विच भगवान वाल्मीकि जी समझाते हैं कि ये जो दृश्य, ये जो संसार असी देखते हाँ, ये उपजिया नहीं है, ये परमात्मा ने नहीं इसनू बनाया। क्योंकि जो परमात्मा की शक्ति है वो हमेशा अपने आप विच व्यापक है, सारे पासे परमात्मा की शक्ति है। जब दृश्य असंभव होया तद बंधन ते मोह किसनू आके ते विचार किस तक करिए। सर्व कल्पना का अभाव है। ये जो तुहाडा सवाल है उसका जवाब सिद्धांत काल विच होवेगा, इत्थे नहीं हो बनेगा। जिवें कमल दे फुल्लां दी माला अपने काल विच बनदी है ते बगैर समय शोभा नहीं दिंदी, तिवें ही तुहाडा सवाल सिद्धांत काल विच शोभा पावेगा। समय बगैर सार्थक शब्द व्यर्थ हुंदा है। जो कुछ पदार्थ हैं उन्हां दा फल भी समा पा के हुंदा है, समय बगैर नहीं हुंदा। इस करके हुण पूर्व प्रसंग सुनो। सो भगवान वाल्मीकि जी समझाते हैं कि कई सवाल हैं कि किस तरह जीव अंतर्मुखी हुंदा है और किस तरह बाहर मुखी होकर संसार दे नाल जुड़दा है। सब तो पहलों जी दे विच जदों ज्ञान आउंदा है, संत महात्मा की संगत हुंदी है, सत्संग दे विच जांदा है, उस समय दे नाल उसनू अपने सवाल का जवाब मिलता है। समा पा के ही हर एक चीज़ चंगी लगती है। इस करके जे किसी नू कोई तजर्बा नहीं है तो उसनू कोई गल दसन का कोई फायदा नहीं होता, क्योंकि उसकी समझ भी नहीं आएगी। तजर्बे के नाल जदों अच्छी सिक्ख्या आउंदी है, जदों जी मेहनत करता है तो समा पा के उसनू जिहड़े उहदे सवाल हुंदे हन उन्हां दा जवाब मिलता है, तो उहदी चंगी तरह दे नाल उसनू फिर समझ आउंदी है कि समा पा के ही अच्छे फल की प्राप्ति हुंदी है। हुण भगवान वाल्मीकि जी सानू एक पिछे कोई प्रसंग होया है उसके बारे सानू दसन लगे हैं कि ब्रह्म चित शक्ति सामने आई ते आदि जीव ने आप नू पिता माता जानिया। जिवें सुपने विच अपने आप नू कोई वेखे, तिवें ही ब्रह्मा जी ने अपने आप नू जानिया कि उस परमात्मा की शक्ति सामने आई
ਤੇ ਬ੍ਰਹਮਾ ਜੀ ਪੈਦਾ ਹੋਏ ਉਸ ਪਰਮਾਤਮਾ ਵਿੱਚੋਂ। ਤੇ ਬ੍ਰਹਮਾ ਜੀ ਨੇ ਪਰਮਾਤਮਾ ਨੂੰ ਆਪਣਾ ਪਿਤਾ ਔਰ ਮਾਤਾ ਜਾਣਿਆ। ਜਿਸ ਤਰ੍ਹਾਂ ਸੁਪਨੇ ਵਿੱਚ ਕੋਈ ਆਪਣੇ ਆਪ ਨੂੰ ਵੇਖਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਬ੍ਰਹਮਾ ਜੀ ਨੇ ਆਪਣੇ ਆਪ ਨੂੰ ਜਾਣਿਆ। ਉਸ ਬ੍ਰਹਮਾ ਨੇ ਪਹਿਲਾਂ ਓਮ ਸ਼ਬਦ ਉਚਾਰਨ ਕੀਤਾ। ਉਸ ਸ਼ਬਦ ਤੋਂ 4 ਵੇਦ ਵੇਖੇ ਤੇ ਉਸ ਪਿੱਛੋਂ ਮਨ ਦੀ ਕਲਪਨਾ ਨਾਲ ਸ੍ਰਿਸ਼ਟੀ ਰਚੀ ਕਿ ਜਦੋਂ ਬ੍ਰਹਮਾ ਜੀ ਸਭ ਤੋਂ ਪਹਿਲਾਂ ਪਰਮਾਤਮਾ ਦੇ ਵਿੱਚੋਂ ਪੈਦਾ ਹੋਏ, ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਤੇ ਉਹਨਾਂ ਨੇ ਓਮ ਸ਼ਬਦ ਦਾ ਉਚਾਰਨ ਕੀਤਾ। ਤੇ ਫਿਰ ਉਹ ਸ਼ਬਦ ਤੋਂ, ਓਮ ਤੋਂ 4 ਵੇਦ ਵੇਖੇ ਉਹਨਾਂ ਨੇ। ਤੇ ਫਿਰ ਆਪਣੇ ਮਨ ਦੀ ਕਲਪਨਾ ਨਾਲ ਉਹਨਾਂ ਨੇ ਸ੍ਰਿਸ਼ਟੀ ਨੂੰ ਰਚਿਆ। ਤਦ ਅਸਤ ਰੂਪ ਸ੍ਰਿਸ਼ਟੀ ਭਾਵਨਾ ਤੋਂ ਸਤ ਹੋ ਕੇ ਦਿਸਣ ਲੱਗੀ। ਤੇ ਫਿਰ ਇਹ ਜੋ ਇੱਕ ਝੂਠ ਰੂਪੀ ਸ੍ਰਿਸ਼ਟੀ ਜਿਹੜੀ ਹੈ, ਸਾਨੂੰ ਇਸ ਦੀ ਭਾਵਨਾ ਹੋਈ ਤੇ ਸੱਚ ਦੀ ਤਰ੍ਹਾਂ ਸਾਨੂੰ ਨਜ਼ਰ ਆਉਣ ਲੱਗ ਪਈ। ਜਿਵੇਂ ਸੁਪਨੇ ਵਿੱਚ ਸੱਪ ਤੇ ਗੰਧਰਵ ਨਗਰ ਜਾਪਦੇ ਹਨ, ਤਿਵੇਂ ਹੀ ਅਸਤ ਰੂਪੀ ਸ੍ਰਿਸ਼ਟੀ ਸਤ ਲੱਗਣ ਲੱਗੀ। ਜਿਸ ਤਰ੍ਹਾਂ ਸੁਪਨੇ ਦੇ ਵਿੱਚ ਸੁੱਤਿਆਂ ਪਿਆ ਨੂੰ ਸਾਨੂੰ ਸੁਪਨਾ ਆਉਂਦਾ ਹੈ, ਉਹਦੇ ਵਿੱਚ ਅਸੀਂ ਸੱਪ ਦੇਖਦੇ ਹਾਂ ਜਾਂ ਗੰਧਰਵ ਨਗਰ ਦੇਖਦੇ ਹਾਂ, ਪਰ ਸੁਪਨਾ ਇੱਕ ਝੂਠ ਦੀ ਤਰ੍ਹਾਂ ਹੁੰਦਾ ਹੈ। ਇਸੇ ਹੀ ਤਰ੍ਹਾਂ ਇਹ ਝੂਠੀ ਜੋ ਸ੍ਰਿਸ਼ਟੀ ਹੈ, ਇਹ ਸੱਚ ਦੀ ਤਰ੍ਹਾਂ ਸਾਨੂੰ ਨਜ਼ਰ ਆਉਣ ਲੱਗ ਪਈ। ਬ੍ਰਹਮ ਸਤਾ ਵਿੱਚ ਜਿਵੇਂ ਬ੍ਰਹਮਾ ਆਦਿ ਉਪਜੇ ਹਨ, ਤਿਵੇਂ ਵੀ ਹੋਰ ਜੀਵ ਕੀੜੇ ਆਦਿ ਵੀ ਪੈਦਾ ਹੋਏ। ਫਿਰ ਕੀ ਹੋਇਆ? ਜਿਸ ਤਰ੍ਹਾਂ ਉਸ ਪਾਰ ਬ੍ਰਹਮ ਈਸ਼ਵਰ ਦੀ ਸ਼ਕਤੀ ਵਿੱਚੋਂ ਬ੍ਰਹਮਾ ਜੀ ਆਦਿਕ ਪੈਦਾ ਹੋਏ, ਬਿਲਕੁਲ ਉਸੇ ਤਰ੍ਹਾਂ ਹੋਰ ਜੀਵ ਕੀੜੇ ਆਦਿ ਵੀ ਪੈਦਾ ਹੋਏ। ਜਗਤ ਦਾ ਕਾਰਨ ਸੰਵੇਦਨ ਹੈ, ਪਰ ਇਹ ਜੋ ਸੰਸਾਰ ਹੈ ਇਹਦਾ ਕਾਰਨ ਕੀ ਹੈ? ਸੰਵੇਦਨ। ਸੰਵੇਦਨ ਕੀ ਹੈ? ਇੱਛਾ ਰੂਪੀ ਸੋਚ, ਅਹੰਕਾਰ ਜੋ ਸਾਡੇ ਚਿੱਤ ਦੇ ਵਿੱਚੋਂ ਉੱਠਦਾ ਹੈ, ਉਸ ਨੂੰ ਸੰਵੇਦਨ ਕਹਿੰਦੇ ਹਨ। ਉਹ ਇੱਛਾ ਭਰੀ ਸੋਚ ਔਰ ਅਹੰਕਾਰ ਦਾ ਕਰਕੇ ਇਸ ਸੰਸਾਰ ਨੂੰ ਅਸੀਂ ਸਾਡੇ ਸਾਹਮਣੇ ਦੇਖਦੇ ਹਾਂ। ਸੰਵੇਦਨ ਭਰਮ ਤੋਂ ਜੀਵਾਂ ਨੂੰ ਜਗਤ ਪ੍ਰਤੀਤ ਹੁੰਦਾ ਹੈ, ਔਰ ਇਹ ਜੋ ਇੱਛਾ ਭਰੀ ਸੋਚ ਹੈ, ਇਹ ਜੋ ਇਹ ਸੋਚ ਦਾ ਕਰਕੇ ਅਸੀਂ ਭਰਮਾਂ 'ਚ ਪਏ ਹਾਂ, ਇਸ ਦਾ ਕਰਕੇ ਜਗਤ ਪ੍ਰਤੀਤ ਹੁੰਦਾ ਹੈ। ਫਿਰ ਇਹ ਜੋ ਪੰਜ ਤੱਤਾਂ ਦਾ ਸਰੀਰ ਬਣਿਆ ਹੈ, ਉਸ ਵਿੱਚ ਜੋ ਅਹਮ ਪ੍ਰਤੀਤ ਹੁੰਦਾ ਹੈ, ਉਸ ਤੋਂ ਆਪਣੇ ਨਿਸ਼ਚੇ ਅਨੁਸਾਰ ਸ਼ਕਤੀ ਹੋਈ ਹੈ। ਔਰ ਫਿਰ ਸਾਨੂੰ ਜਦੋਂ ਇਹ ਪੰਜ ਤੱਤ ਦਾ ਸਰੀਰ ਮਿਲ ਜਾਂਦਾ ਹੈ, ਤਾਂ ਫਿਰ ਸਾਡੇ ਵਿੱਚ ਅਹੰਕਾਰ ਆ ਜਾਂਦਾ ਹੈ। ਤੇ ਫਿਰ ਉਸ 'ਤੇ ਜਦੋਂ ਅਸੀਂ ਉਹ ਸਰੀਰ ਦੇ ਨਾਲ ਜੋ ਨਿਸ਼ਚਾ ਕਰਦੇ ਹਾਂ, ਉਹਦੇ ਅਨੁਸਾਰ ਅਸੀਂ ਸ਼ਕਤੀ ਮਿਲਦੀ ਹੈ। ਬ੍ਰਹਮਾ ਵਿੱਚ ਬ੍ਰਹਮ ਦੀ ਸ਼ਕਤੀ ਦਾ ਨਿਸ਼ਚਾ ਹੋਇਆ ਹੈ, ਤੇ ਕੀੜੀ ਵਿੱਚ ਕੀੜੀ ਦੀ ਸ਼ਕਤੀ ਦਾ ਨਿਸ਼ਚਾ ਹੋਇਆ ਹੈ। ਕਿ ਦੇਖੋ, ਜਿਸ ਤਰ੍ਹਾਂ ਬ੍ਰਹਮਾ ਹੈ, ਬ੍ਰਹਮਾ ਦੀ ਸ਼ਕਤੀ ਵਿੱਚ ਉਹਨਾਂ ਨੂੰ ਬ੍ਰਹਮਾ ਦਾ ਨਿਸ਼ਚਾ ਹੋਇਆ ਹੈ। ਤੇ ਜਿਸ ਤਰ੍ਹਾਂ ਕੀੜੀ ਹੁੰਦੀ ਹੈ, ਜਿੰਨੀ ਉਹਦੇ 'ਚ ਸ਼ਕਤੀ ਹੁੰਦੀ ਹੈ, ਉਹ ਕੀੜੀ ਦੀ ਓਨਾ ਹੀ ਉਹਦਾ ਨਿਸ਼ਚਾ ਹੁੰਦਾ ਹੈ। ਜਿਹੋ ਜਿਹੀ ਵਾਸ਼ਨਾ ਸੰਵਿਤ ਵਿੱਚ ਹੁੰਦੀ ਹੈ, ਉਸ ਅਨੁਸਾਰ ਹੀ ਅਨੁਭਵ ਹੁੰਦਾ ਹੈ। ਸੋ ਜਿੰਨੀ ਸਾਡੇ ਗਿਆਨ ਸ਼ਕਤੀ ਵਿੱਚੋਂ ਵਾਸਨਾ ਉੱਠਦੀ ਹੈ, ਉਹਦੇ ਅਨੁਸਾਰ ਹੀ ਸਾਨੂੰ ਅਨੁਭਵ ਹੁੰਦਾ ਹੈ। ਅਸੀਂ ਜੋ ਕੁਝ ਮਹਿਸੂਸ ਕਰਦੇ ਹਾਂ, ਉਹ ਆਪਣੀ ਗਿਆਨ ਸ਼ਕਤੀ ਵਿੱਚੋਂ ਓਨਾ ਹੀ ਮਹਿਸੂਸ ਕਰਦੇ ਹਾਂ। ਸ਼ੁੱਧ ਪਾਰ ਬ੍ਰਹਮ ਵਿੱਚ ਜੋ ਚਿੱਤ ਦਾ ਫੁਰਨਾ ਪੈਦਾ ਹੋਇਆ ਹੈ, ਉਸ ਦਾ ਨਾਮ ਜੀਵ ਹੋਇਆ ਹੈ। ਔਰ ਜੋ ਸ਼ੁੱਧ ਪਾਰ ਬ੍ਰਹਮ ਪ੍ਰਭੂ ਪਰਮੇਸ਼ਵਰ ਹੈ, ਉਹਦੇ ਵਿੱਚੋਂ ਜੋ ਚਿੱਤ ਦਾ ਫੁਰਨਾ ਹੋਇਆ ਹੈ, ਉੱਠਿਆ ਹੈ, ਉਹਦਾ ਨਾਮ ਫਿਰ ਜੀਵ ਹੋਇਆ ਹੈ। ਉਸ ਵਿੱਚ ਜੋ ਗਿਆਨ ਰੂਪ ਸਤਾ ਹੈ, ਸੋਈ ਪੁਰਸ਼ ਹੈ, ਤੇ ਜੋ ਫੁਰਨਾ ਹੈ ਸੋਈ ਕਰਮ ਹੈ। ਫਿਰ ਉਹ ਜੀਵ ਦੇ ਵਿੱਚੋਂ ਜੋ ਗਿਆਨ ਰੂਪ ਸ਼ਕਤੀ ਹੈ, ਉਹ ਪੁਰਸ਼ ਹੈ, ਤੇ ਉਹਦੇ ਵਿੱਚੋਂ ਜੋ ਫੁਰਨਾ ਉੱਠਦਾ ਹੈ, ਉਹ ਸਾਡਾ ਕਰਮ ਹੈ। ਜਿਵੇਂ ਜਿਵੇਂ ਫੁਰਦਾ ਹੈ, ਤਿਵੇਂ ਤਿਵੇਂ ਜਾਪਦਾ ਹੈ। ਔਰ ਜਿਵੇਂ ਜਿਵੇਂ ਜੀਵ ਦੇ ਵਿੱਚੋਂ ਫੁਰਨਾ ਉੱਠਦਾ ਹੈ, ਉਸੇ ਤਰ੍ਹਾਂ ਹੀ ਸਾਨੂੰ ਜਾਪਦਾ ਹੈ। ਆਤਮ ਸਤਾ ਵਿੱਚ ਜੋ ਅਹਮ ਹੋਇਆ ਹੈ, ਉਸ ਦਾ ਨਾਮ ਚਿੱਤ ਹੈ। ਉਸ ਤੋਂ ਜਗਤ ਰਚਿਆ ਹੈ। ਉਹ ਵੀ ਅਵਿਚਾਰ ਸਿੱਧਾ ਵਿਚਾਰ ਕਰਨ ਨਾਲ ਨਸ਼ਟ ਹੋ ਜਾਂਦਾ ਹੈ। ਇਹ ਜੋ ਸਾਡੀ
ਆਤਮਿਕ ਸ਼ਕਤੀ ਪਰਮਾਤਮਾ ਦੀ ਸ਼ਕਤੀ ਹੈ, ਉਹਦੇ ਵਿੱਚੋਂ ਹੀ ਇਹ ਅਹੰਕਾਰ, ਇਹ ਮੈਂ ਹਾਂ ਪੈਦਾ ਹੋਈ ਹੈ ਇਹ ਗੱਲ, ਤੇ ਉਸਨੇ ਹੀ ਫਿਰ ਅੱਗੇ ਜਗਤ ਰਚਿਆ ਹੈ। ਉਹ ਵੀ ਅਵਿਚਾਰ ਕਰਕੇ, ਭਾਵ ਕਿ ਸਾਡੇ ਵਿੱਚ ਅਵਿਦਿਆ ਹੈ, ਅਗਿਆਨਤਾ ਹੈ, ਉਸ ਦਾ ਕਰਕੇ ਉਹ ਸਾਡੇ ਸਾਹਮਣੇ ਹੈ। ਜਦੋਂ ਅਸੀਂ ਵਿਚਾਰ ਕਰਦੇ ਹਾਂ, ਪਰਮਾਤਮਾ ਦੇ ਨਾਲ ਜੁੜਦੇ ਹਾਂ, ਤੇ ਉਹ ਵਿਚਾਰ ਕਰਨ ਨਾਲ ਇਹ ਜੋ ਝੂਠ ਹੈ ਦੂਰ ਹੋ ਜਾਂਦਾ ਹੈ, ਸੱਚ ਜੋ ਹੈ ਸਾਨੂੰ ਸਪਸ਼ਟ ਨਜ਼ਰ ਆਉਂਦਾ ਹੈ। ਜਿਵੇਂ ਅਵਚਾਰ ਨਾਲ ਆਪਣੇ ਪਰਛਾਵੇਂ ਵਿੱਚ ਭੂਤ ਪਿਸ਼ਾਚ ਘਟਦਾ ਹੈ ਤੇ ਉਸ ਤੋਂ ਭੈ ਹੁੰਦਾ ਹੈ, ਪਰ ਵਿਚਾਰ ਕਰਨ ਨਾਲ ਪਿਸ਼ਾਚ ਤੇ ਦੋਵੇਂ ਨਸ਼ਟ ਹੋ ਜਾਂਦੇ ਹਨ। ਤਿਵੇਂ ਹੀ ਆਤਮ ਵਿਚਾਰ ਨਾਲ ਚਿੱਤ ਤੇ ਜਗਤ ਦੋਵੇਂ ਨਸ਼ਟ ਹੋ ਜਾਂਦੇ ਹਨ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਸਾਡੇ ਵਿੱਚ ਵਿਚਾਰ ਅਮਲ ਨਹੀਂ ਹੁੰਦਾ, ਸੱਚ ਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ, ਤੇ ਆਪਣੇ ਪਰਛਾਵੇ ਵਿੱਚੋਂ ਅਸੀਂ ਭੂਤ ਪਿਸ਼ਾਚ ਕੱਢ ਲੈਂਦੇ ਹਾਂ, ਤੇ ਅਸੀਂ ਉਹ ਭੂਤ ਤੋਂ ਡਰਦੇ ਹਾਂ। ਪਰ ਜਦੋਂ ਸਾਨੂੰ ਸੱਚ ਦੇ ਬਾਰੇ ਪਤਾ ਚੱਲਦਾ, ਸਾਡੇ ਵਿੱਚ ਸੱਚਾ ਵਿਚਾਰ ਆਉਂਦਾ ਹੈ, ਤੇ ਉਹ ਭੂਤ ਦਾ ਡਰ, ਉਹ ਪਿਸ਼ਾਚ ਦਾ ਡਰ ਦੂਰ ਹੋ ਜਾਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਆਤਮਾ ਦੇ ਵਿਚਾਰ ਨਾਲ ਇਹ ਜੋ ਮਨ ਦੀ ਸ਼ਕਤੀ ਚਿੱਤ ਹੈ ਤੇ ਇਹ ਜੋ ਜਗਤ ਹੈ, ਇਹ ਦੋਵੇਂ ਨਸ਼ਟ ਹੋ ਜਾਂਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਜੋ ਉਪਦੇਸ਼ ਕਰਦੇ ਹਨ ਕਿ ਜਦੋਂ ਅਸੀਂ ਆਪਣੇ ਮਨ ਦੇ ਨਾਲ ਜੁੜਦੇ ਹਾਂ, ਮਨ ਦੀ ਸ਼ਕਤੀ ਜੋ ਚਿੱਤ ਹੈ ਉਹਦੇ ਵਿੱਚੋਂ ਫੁਰਨਾ ਉੱਠਦਾ, ਇੱਛਾ ਭਰਿਆ, ਅਹੰਕਾਰ ਭਰਿਆ, ਤੇ ਅਸੀਂ ਫਿਰ ਸੰਸਾਰ ਦੇ ਨਾਲ ਜੁੜਦੇ ਹਾਂ, ਪਰਮ ਭੁਲੇਖਿਆਂ ਦੇ ਵਿੱਚ ਪੈਂਦੇ ਹਾਂ। ਪਰ ਜਦੋਂ ਅਸੀਂ ਇਹ ਮਨ ਦੀ ਸ਼ਕਤੀ ਨੂੰ ਖਤਮ ਕਰ ਦਿੰਦੇ ਹਾਂ, ਵਿਚਾਰ ਕਰਕੇ ਅਸੀਂ ਆਪਣੀ ਆਤਮਾ ਦੇ ਨਾਲ ਜੁੜਦੇ ਹਾਂ, ਤੇ ਇਹ ਚਿੱਤ ਨੇ ਜਿਹੜੇ ਸਾਨੂੰ ਭਰਮਾਂ 'ਚ ਪਾਇਆ ਹੋਇਆ ਹੈ, ਉਹ ਸਾਰੇ ਭਰਮ ਦੂਰ ਹੋ ਜਾਂਦੇ ਹਨ, ਤੇ ਜਗਤ ਦੀ ਕਲਪਨਾ ਵੀ ਦੂਰ ਹੋ ਜਾਂਦੀ ਹੈ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਪ੍ਰਭੂ ਵਾਲਮੀਕੀ ਭਗਵਾਨ ਕੀ ਜੈ। ਪ੍ਰਭੂ ਵਾਲਮੀਕੀ ਜੀ ਦੀ ਸਿਫਤ ਮੈਂ ਕੀ ਦਸਾਂ, ਉਸ ਇੰਦਰ ਕੋਲੋਂ ਜਾਂ ਧਰਮਰਾਜ ਤੋਂ ਪੁੱਛ, ਉਸ ਬ੍ਰਹਮਾ ਜਾਂ ਸ਼ਿਵ ਜੀ ਨਾਥ ਕੋਲੋਂ, ਬਹੁਤੀ ਗੱਲ ਤਾਂ ਵਿਸ਼ਨੂੰ ਮਹਾਰਾਜ ਤੋਂ ਪੁੱਛ। ਰਾਮਚੰਦਰ ਜਾਂ ਰਾਜੇ ਅਸ਼ਟਨੇਮੀ ਕੋਲੋਂ, ਮਾਰਕੰਡੇ ਜਾਂ ਭਾਰਦਵਾਜ ਤੋਂ ਪੁੱਛ। ਸੀਤਾ ਸਤੀ ਦੀ ਕੁਝ ਭੇਦ ਜਾਣਦੀ ਏ, ਲਵ ਕੁਛ ਦੀ ਜਾਇ ਆਵਾਜ਼ ਤੋਂ ਪੁੱਛ। ਉਸ ਆਪ ਅਟਵਾਲ ਤੂੰ ਖੋਜ ਕਰ ਲਈ, ਉਸ ਆਪ ਅਟਵਾਲ ਤੂੰ ਖੋਜ ਕਰ ਲਈ। ਪੜ੍ਹੇ ਲਿਖੇ ਦੇ ਇਸ ਸਮਾਜ ਤੋਂ ਪੁੱਛ, ਤੇ ਪੜ੍ਹੇ ਲਿਖੇ ਦੇ ਇਸ ਸਮਾਜ ਤੋਂ ਪੁੱਛ। ਪ੍ਰਭੂ ਗੁਰੂ ਵਾਲਮੀਕੀ ਦਾ ਜੇ ਸਦਕਾ ਜਗ ਤੇ ਨਾ ਹੁੰਦਾ। ਪ੍ਰਭੂ ਗੁਰੂ ਵਾਲਮੀਕੀ ਦਾ ਜੇ ਸਦਕਾ ਜਗ ਤੇ ਨਾ ਹੁੰਦਾ। ਨਾ ਕਰਦੀ ਨਾ ਇਹ ਦੁਨੀਆ
बचन मिल के सारे जी प्रभु गुरु वाल्मीकि नो श्रेष्ठी जिस रचाई थी प्रभु गुरु वाल्मीकि दा जे सदका जगत ना होता। सीता दे दुखड़े भी तुसा प्रभु जी आप सवारे सी सीता दे दुखड़े भी तुसा प्रभु जी आप सवारे सी लावे कुछ सिखिया ते हक उस नो गवाए सी प्रभु गुरु वाल्मीकि दा ये सदे का जगत ना होता। बेशक भगवान श्री कृष्ण संग भजना पाया सी बेशक भगवान श्री कृष्ण संग भजना पाया सी प्रभु वाल्मीकि आए थे संपूर्ण जग हो पा